हाँ जी राजी, आप सब जी का एक बारी फिर तो बहुत बहुत स्वागत है ਤੁਹਾਡੇ ਆਪਣੇ YouTube ਚੈਨਲ ਸਮਾਰਟ ਸਟੱਡੀ ਹੱਬ ਦੇ ਉੱਪਰ। ਅੱਜ ਆਪਾਂ BA B.Ed ਸੈਮ 3 ਦਾ ਇੱਕ ਇੰਪੋਰਟੈਂਟ ਟੌਪਿਕ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਆਪ ਸਭ ਨੂੰ ਗੁਜ਼ਾਰਿਸ਼ ਹੈ ਕਿ ਅਗਰ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਅੱਗੇ ਜ਼ਰੂਰ ਸ਼ੇਅਰ ਕਰ ਦੇਣਾ। ਆਪਣਾ ਟੌਪਿਕ ਹੈ ਰਜੇ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਕਿ ਜਿਹੜੀ ਸਟੇਟ ਹੈਗੇ ਆ ਉਹਨਾਂ ਨੂੰ ਕੁਝ ਡਾਇਰੈਕਸ਼ਨਸ ਦਿੱਤੀਆਂ ਗਈਆਂ ਨੇ ਆਪਣੇ ਕੌਨਸਟੀਟਿਊਸ਼ਨ ਵੱਲੋਂ ਤੇ ਵਟ ਆਰ ਥੀਸ ਡਾਇਰੈਕਸ਼ਨਸ ਵੀ ਇਹ ਡਾਇਰੈਕਸ਼ਨਸ ਕੀ ਨੇ ਤਾਂ ਆਪਾਂ ਉਹਨਾਂ ਬਾਰੇ ਗੱਲਬਾਤ ਕਰਾਂਗੇ। ਸ਼ੁਰੂ ਕਰਦੇ ਹਾਂ ਬੱਚੇ ਆਪਾਂ ऑब्जेक्टिव्स ऑफ डायरैक्टिव प्रिंसीपल्स ऑफ स्टेट पॉलिसी इन्हों DPSP भी कहा जाता है कि इन्हों के उद्देश की है कि क्यों जरूरत सी आपां नूं DSPs की। तो सब तो पहला हैगा टू प्रोवाइड बेसिस टू गवर्नेंस कि जी गवर्नमेंट ने गवर्नेंस करनी है कि किसी भी गवर्नमेंट ने जो रूल करना हैगा तो वो बेसिस चाहिए सी कुछ आपां नूं बेसिक प्रिंसीपल्स। तो वो बेसिक प्रिंसीपल्स के लिए ਜਿਹੜੇ ਆਪਣੇ ਕੌਨਸਟੀਟਿਊਸ਼ਨ ਦੇ ਵਿੱਚ ਇਹ ਐਡ ਕੀਤੇ ਗਏ। ਇਹਦੇ ਵਿੱਚ ਆਰਟੀਕਲ 37 ਹੈ ਜਿਹੜੇ ਆਪਣੇ ਕੌਨਸਟੀਟਿਊਸ਼ਨ ਦਾ ਉਹ ਕਹਿੰਦਾ ਹੈਗਾ ਕਿ ਸਟੇਟ ਪੋਲਿਟੀ ਕੁਡ ਨਾਟ ਇਨਫੋਰਸ ਬਾਈ ਦਾ ਕੋਰਟ ਔਰ ਦੀਸ ਵਰ ਨॉन ਜਸਟਿਸੀਏਬਲ ਕਿ ਜਿਹੜਾ ਆਰਟੀਕਲ 37 ਕਹਿੰਦਾ ਹੈ ਕਿ ਇਹਦੇ 'ਚ ਆਪਾਂ ਕੋਰਟ ਦੇ ਵਿੱਚ ਇਨਫੋਰਸ ਨਹੀਂ ਕਰ ਸਕਦੇ ਹੈਗੇ। ਮਤਲਬ ਕਿ ਜਿਵੇਂ ਆਪਾਂ ਨੂੰ ਫੰਡਾਮੈਂਟਲ ਰਾਈਟਸ ਮਿਲੇ ਆ ਤਾਂ ਆਪਾਂ ਸੁਪਰੀਮ ਕੋਰਟ ਤੱਕ ਅਪੀਲ ਕਰ ਸਕਦੇ ਹੈਗੇ ਆ। ਦੈਟ ਟਾਈਪ ਆਫ ਅਪੀਲਸ ਆਰ ਨਾਟ ਅਵੇਲੇਬਲ ਇਨ ਦੈਟ DPSPs। ਨੈਕਸਟ ਹੈ ਟੂ ਐਸਟੈਬਲਿਸ਼ ਸੋਸ਼ਲ ਐਂਡ ਇਕੋਨੋਮਿਕ ਡੈਮੋਕ੍ਰੇਸੀ। ਸੋਸ਼ਲ ਅਤੇ ਇਕੋਨੋਮਿਕ ਡੈਮੋਕ੍ਰੇਸੀ ਨੂੰ ਇਕੁਅਲ ਲੈ ਕੇ ਆਉਣ ਦੇ ਲਈ ਲਾਈਕ ਜਦੋਂ ਵੀ ਸਟੇਟ ਨੇ ਕੰਮ ਕਰਨਾ, ਸਟੇਟ ਨੇ ਕੋਈ ਪ੍ਰੋਵੀਜ਼ਨਸ ਦੇਣੀਆਂ ਨੇ ਆਪਣੀ ਕੰਸਰਨ ਪੀਪਲਸ ਨੂੰ, ਤਾਂ ਉਸ ਸਮੇਂ ਸੋਸ਼ਲ ਅਤੇ ਇਕੋਨੋਮਿਕ ਡੈਮੋਕ੍ਰੇਸੀ ਹੈ ਜਿਹੜੀ ਉਹਦਾ ਧਿਆਨ ਰੱਖਣਾ ਹੈਗਾ ਕਿ ਜਿਹੜੇ ਫਰੇਮਰ ਸੀ ਕੌਨਸਟੀਟਿਊਸ਼ਨ ਦੇ ਉਹਨਾਂ ਨੇ ਧਿਆਨ ਰੱਖਿਆ ਵੀ ਸੋਸ਼ਲ ਅਤੇ ਇਕੋਨੋਮਿਕ ਸਮਾਜਿਕ ਅਤੇ ਆਰਥਿਕ ਡੈਮੋਕ੍ਰੇਸੀ ਹੈ ਜਿਹੜੀ ਉਹ ਇੱਕ ਮੇਨ ਓਬਜੈਕਟਿਵ ਹੋਵੇ ਹਰ ਸਟੇਟ ਦੀ ਗਵਰਨੈਂਸ ਦਾ। ਟੂ ਪ੍ਰੋਵਾਈਡ ਸੋਸ਼ਲ ਐਂਡ ਇਕੋਨੋਮਿਕ ਜਸਟਿਸ। ਪਹਿਲਾਂ ਡੈਮੋਕ੍ਰੇਸੀ ਦੀ ਗੱਲ ਹੋਈ ਆ, ਹੁਣ ਜਸਟਿਸ ਦੀ ਗੱਲ ਹੋ ਰਹੀ ਹੈ। ਇਹਦੇ 'ਚ ਮੈਨ ਵੀਮੈਨ ਨੂੰ ਲੈ ਕੇ ਗੱਲ ਹੋਏਗੀ, ਹਾਈ ਲੋਅਰ ਸਟੇਟਸ ਨੂੰ ਲੈ ਕੇ ਗੱਲ ਹੋਏਗੀ ਕਿ ਜਿਹੜਾ ਸਟੇਟ ਹੈ ਮਤਲਬ ਉਸਨੇ ਜਦੋਂ ਕੋਈ ਵੀ ਅਪਰਚੁਨਿਟੀਜ਼ ਪ੍ਰੋਵਾਈਡ ਕਰਨੀਆਂ ਨੇ ਤਾਂ ਮੈਨ ਐਂਡ ਵੀਮੈਨ ਦੋਨਾਂ ਦੇ ਲਈ ਹੈ। ਮੈਨ ਐਂਡ ਵੀਮੈਨ ਅਪਰਚੁਨਿਟੀਜ਼ ਤੋਂ ਮਤਲਬ ਹੈ ਕੋਈ ਜੋਬਸ ਕੱਢਣੀਆਂ ਨੇ ਹੈ ਨਾ, ਕਿਸ ਟਾਈਪ ਦੀ ਕੋਈ ਰਿਕਰੂਟਮੈਂਟ ਕਰਨੀ ਹੈਗੀ ਹੈ ਤਾਂ ਦੇ ਬੋਥ ਆਰ ਐਲੀਜੀਬਲ ਮੈਨ ਐਂਡ ਵੀਮੈਨ ਤਾਂ ਕਿ ਉਹ ਆਪਣੀ ਅਰਨਿੰਗਸ ਨੂੰ ਲਿਵ ਕਰ ਸਕਣ, ਆਪਣੀ ਲਿਵਲੀਹੁੱਡਸ ਨੂੰ ਅਰਨ ਕਰ ਸਕਣ। ਠੀਕ ਹੈ। ਉਸ ਤੋਂ ਬਾਅਦ ਰਜੇ ਜਿਵੇਂ ਓਲਡ ਏਜ ਨੂੰ ਪੈਨਸ਼ਨਸ ਦੇਣੇ ਹੈ ਨਾ, ਜੇ ਕੋਈ ਇਲਨੈਸ ਹੈਗੀ ਹੈ ਤਾਂ ਉਹਦੇ ਲਈ ਕੋਈ ਸਕੀਮਸ ਲੈ ਕੇ ਆਉਣੀਆਂ, ਹੈਂਡੀਕੈਪਡ ਹੈ ਤਾਂ ਉਹਨਾਂ ਲਈ ਕੋਈ ਅਲਾਇੰਸਿਸ ਲੈ ਕੇ ਆਉਣੇ। ਲਾਈਕ ਦੈਟ ਪ੍ਰੋਵੀਜ਼ਨਸ ਸਟੇਟ ਮਸਟ ਮੇਡ ਫॉर देयर ਪੀਪਲਸ। ਨੈਕਸਟ ਰਜੇ ਗਾਈਡੈਂਸ ਟੂ ਦਾ ਗਵਰਨਮੈਂਟ। ਇਹ ਗਵਰਨਮੈਂਟ ਦੇ ਲਈ ਇੱਕ ਗਾਈਡੈਂਸ ਹੈ। These are ਜਿਵੇਂ ਕਿ the directive principles of state policy provide guidance to the legislature, executive and judiciary in running the administration and to solve disputes among them. While making policies, the government is bound to keep this principle in mind as it has been provided in Article 37 of Constitution। कि ਜਦੋਂ ਵੀ ਕੋਈ ਗਵਰਨਮੈਂਟ ਗਵਰਨੈਂਸ ਕਰ ਰਹੀ ਹੈਗੀ ਹੈ, ਲੈਜਿਸਲੇਚਰ ਹੈ, ਐਗਜ਼ੀਕਿਊਟਿਵ ਹੈ, ਚਾਹੇ ਜੁਡੀਸ਼ਰੀ ਹੈਗੀ ਹੈ, ਇਹ ਉਹਨਾਂ ਦੇ ਲਈ ਗਾਈਡਲਾਈਨਸ ਨੇ ਤਾਂ ਕਿ ਉਹ ਪ੍ਰੋਪਰ ਵੇ ਦੇ ਨਾਲ ਕੰਮ ਕਰ ਸਕਣ। ਟੂ ਮੇਕ ਇੰਡੀਆ ਅ ਵੈਲਫੇਅਰ ਸਟੇਟ। ਇਹ ਵੀ ਇੱਕ ਮੇਨ ਓਬਜੈਕਟਿਵ ਰਿਹਾ ਹੈਗਾ ਇਸ ਦਾ ਕਿ ਆਪਾਂ ਇੰਡੀਆ ਨੂੰ ਇੱਕ ਵੈਲਫੇਅਰ ਸਟੇਟ ਬਣਾ ਸਕੀਏ ਤਾਂ ਕਿ ਇਹੋ ਜਿਹੇ ਪ੍ਰਿੰਸੀਪਲਸ ਦੇ ਅਕੋਰਡਿੰਗ ਗਵਰਨਮੈਂਟ ਅਗਰ ਰੂਲ ਕਰ ਸਕਦੀ ਹੈ, ਇਹ ਅਗਰ ਅਪਲਾਈ ਹੋ ਜਾਂਦੇ ਆ ਤਾਂ ਇਟ ਵਿਲ ਬੀ ਗੁੱਡ ਫॉर ਅਸ। ਟੂ ਫਿਕਸ ਡਾਇਰੈਕਸ਼ਨਸ ਫॉर ਪਾਲਿਸੀ ਮੇਕਰ। ਜਦੋਂ ਵੀ ਕੋਈ ਨਵੀਂ ਪਾਲਿਸੀ ਦਾ ਮਤਲਬ ਹੈ ਕਿ ਕੋਈ ਆਪਾਂ ਨੂੰ ਸਕੀਮ ਦੇਣੀ ਹੈ, ਕੋਈ ਨਵਾਂ ਲਾਅ ਬਣਾਉਣਾ ਹੈਗਾ ਤਾਂ ਇਹਨਾਂ ਪ੍ਰਿੰਸੀਪਲਸ ਨੂੰ ਧਿਆਨ ਦੇ ਵਿੱਚ ਰੱਖ ਕੇ ਬਣਾਉਣਾ ਹੈਗਾ ਤਾਂ ਕਿ ਆਪਣੀ ਕੰਟਰੀ ਹੈ ਜਿਹੜੀ ਜਦੋਂ ਨੇ ਗਵਰਨਮੈਂਟ ਨੇ ਰੂਲ ਕਰਨਾ ਹੈਗਾ ਤਾਂ ਉਹ ਅੱਛੇ ਵੇ ਦੇ ਨਾਲ ਜਿਹੜੇ ਲਾਅਜ਼ ਬਣਨੇ ਆ ਉਹਨਾਂ ਦੇ ਪ੍ਰਿੰਸੀਪਲਸ ਨੇ, ਬੇਸਿਕਸ ਨੇ ਜਿਹੜੇ ਉਹ ਅੱਛੇ ਹੋਣ। ਨੈਕਸਟ ਹੈ ਅਸੀਂ ਨੇਚਰ ਆਫ ਡਾਇਰੈਕਟਿਵ ਪ੍ਰਿੰਸੀਪਲਸ ਕਿ ਇਹਨਾਂ ਦਾ ਨੇਚਰ ਕੀ ਹੈ। ਸਭ ਤੋਂ ਪਹਿਲਾਂ ਹੈਗਾ ਸਕੋਪ ਆਫ ਡਾਇਰੈਕਟਿਵ ਪ੍ਰਿੰਸੀਪਲਸ ਇਜ਼ ਵਾਈਡ ਕਿ ਇਹ ਲਿਮਿਟ ਨਹੀਂ ਹੈਗੇ, ਇਹਨਾਂ ਦਾ ਸਕੋਪ ਛੋਟਾ ਨਹੀਂ ਹੈਗਾ। ਸੋਸ਼ਲੀ ਇਕੋਨੋਮਿਕਲੀ ਮਤਲਬ ਹਰ ਜਿਹੜਾ ਆਪਣਾ ਏਰੀਆ ਹੈਗਾ ਪੋਲੀਟੀਕਲੀ ਐਡਮਿਨਿਸਟ੍ਰੇਟਿਵ ਹਰ ਇੱਕ ਨੂੰ ਕਵਰ ਅਪ ਕਰਦੇ ਹੈ ਅਤੇ ਇਹਨਾਂ ਦਾ ਸਕੋਪ ਹੈ ਜਿਹੜਾ ਬਹੁਤ ਵਾਸਟ ਹੈ। ਡਾਇਰੈਕਟਿਵ ਪ੍ਰਿੰਸੀਪਲਸ ਆਰ ਨਾਟ ਜਸਟਿਸੀਏਬਲ ਦਾ ਮਤਲਬ ਇਹ ਕੋਰਟ ਦੇ ਵਿੱਚ ਅਪੀਲ ਨਹੀਂ ਕਰ ਸਕਦੇ ਐਜ਼ ਵੀ ਅਬਵ ਰੈਡ ਦੈਟ ਕਿ the responsibility of their implementation lie on the shoulders of the state
ਸਿਰਫ ਕਿਹਦੇ ਕੰਧਿਆਂ ਤੇ ਇਹਨਾਂ ਨੂੰ ਅਪਲਾਈ ਕਰਨ ਦੀ ਡਿਊਟੀ ਓਨਲੀ ਔਨ ਦਾ ਸਟੇਟ। ਫੰਡਾਮੈਂਟਲ ਇਨ ਦਾ ਗਵਰਨੈਂਸ ਆਫ ਦਾ ਕੰਟਰੀ, Article 37 of the Indian Constitution state that though these principles are not justiciable just, they are from the basic foundations of the state polity। Justiciable ਭਾਵੇਂ ਦੀ ਨਹੀਂ ਹੈਗੇ ਇਹ, ਪਰ basic foundation ਹੈ ਹਰ ਇੱਕ state polity ਦੀ। It also mentioned that these principles should always be kept in view while making laws and policies। ਇਹ ਆਪਾਂ ਉੱਪਰ ਡਿਸਕਸ ਕਰ ਚੁੱਕੇ ਹੈਗੇ ਆ। Not bound with any particular ideology, ਕੋਈ ਇੱਕ ਆਈਡੀਓਲੋਜੀ ਨਹੀਂ ਹੈਗੀ ਇਹਨਾਂ ਦੀ। ਆਈਡੀਓਲੋਜੀ ਦਾ ਮਤਲਬ ਹੈ ਕਿ ਅਸੀਂ ਸਿਰਫ ਸੋਸ਼ਲਿਜ਼ਮ 'ਤੇ ਕੰਮ ਕਰਾਂਗੇ, ਅਸੀਂ ਸਿਰਫ ਡੈਮੋਕ੍ਰੇਸੀ 'ਤੇ ਕੰਮ ਕਰਾਂਗੇ, ਮਤਲਬ ਇਹੋ ਜਿਹੀ ਕੋਈ ਇੱਕ ਸਪੈਸੀਫਿਕ ਆਈਡੀਓਲੋਜੀ ਨਹੀਂ ਹੈਗੀ ਕਿ ਕੈਪੀਟਲਿਜ਼ਮ ਆਵੇ, ਸੋਸ਼ਲਿਜ਼ਮ ਆਵੇ, ਕਮਿਊਨਲਿਜ਼ਮ ਆਵੇ, ਲਾਈਕ ਦੈਟ, ਹੈ ਨਾ। ਇਹ ਸਾਰੀਆਂ ਆਈਡੀਓਲੋਜੀਜ਼ ਆਪਣੇ ਵਿੱਚ ਹੀ ਲੈ ਕੇ ਚੱਲਦਾ ਹੈ, ਕੋਈ ਇੱਕ ਆਈਡੀਓਲੋਜੀ ਦੁਆਰਾ ਬਾਉਂਡ ਨਹੀਂ ਹੈਗੇ DPSPs। ਨੈਕਸਟ ਇਜ਼ ਏ ਗਾਈਡਿੰਗ ਪ੍ਰਿੰਸੀਪਲ ਇਨ ਲਾਅ ਮੇਕਿੰਗ। ਅੱਗੇ ਵੀ ਆਪਾਂ ਦੇਖ ਕੇ ਆਏ ਹੈਗੇ ਹਾਂ, ਜਿਵੇਂ ਕਿ ਇਟ ਇਜ਼ ਸੈਕਰਡ ਡਿਊਟੀ ਆਫ ਦਾ ਮੈਂਬਰ ਆਫ ਦਾ ਇੰਡੀਅਨ ਪਾਰਲੀਮੈਂਟ, ਸਟੇਟ ਲੈਜਿਸਲੇਟਿਵ ਅਸੈਂਬਲੀਜ਼, cities, corporations, district boards, panchayats and other political wings of the state polity to keep these principles in view। ਸਿਰਫ ਆਪਾਂ ਸਿਰਫ ਸਟੇਟ ਦੀ ਗੱਲ ਨਹੀਂ ਕਰ ਰਹੇ, ਸਿਟੀ ਕਾਰਪੋਰੇਸ਼ਨਸ ਦੀ ਵੀ, ਕੋਈ ਡਿਸਟ੍ਰਿਕਟ ਬੋਰਡ ਹੈ, ਕੋਈ ਪੰਚਾਇਤ ਹੈ, ਕੋਈ ਵੀ ਪੋਲੀਟੀਕਲ ਵਿੰਗ ਹੈ, ਈਚ ਐਂਡ ਐਵਰੀ ਪੋਲੀਟੀਕਲ ਵਿੰਗ ਹੈਗਾ ਜਿਹੜਾ, ਉਹ ਇਹਨਾਂ ਨੂੰ ਧਿਆਨ 'ਚ ਰੱਖਣਾ ਉਹਨੇ ਜਦੋਂ ਉਹਨੇ ਕੋਈ ਵੀ ਲਾਅ ਬਣਾਉਣਾ, ਕੋਈ ਵੀ ਪਾਲਿਸੀ ਬਣਾਉਣੀ ਹੈਗੀ। ਇਨਕਲੂਜ਼ਨ ਆਫ ਆਰਟੀਕਲ 37 ਹੈਜ਼ ਇਨਕਰੀਜ਼ ਦਾ ਇੰਪੋਰਟੈਂਸ ਆਫ ਡਾਇਰੈਕਟਿਵ ਪ੍ਰਿੰਸੀਪਲਸ। ਕਿ ਇਨਕਲੂਜ਼ਨ ਹੋਇਆ ਜਦੋਂ ਆਰਟੀਕਲ 37C ਦਾ, ਉਹਦੇ ਵਿੱਚ ਕੀ ਹੋਇਆ, ਦਾ 25th Constitution Amendment, ਜਦੋਂ 25ਵੀਂ ਅਮੈਂਡਮੈਂਟ ਹੁੰਦੀ ਹੈ, ਵਾਜ਼ ਪਾਸਡ ਇਨ 1971। ਅਕੋਰਡਿੰਗ ਦਿਸ ਅਮੈਂਡਮੈਂਟ ਦਾ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਇਨਕਲੂਡ ਇਨ ਆਰਟੀਕਲ 39B and 39C have been given precedence over the fundamental rights included in Article 40, 19 and 31 of Indian Constitution that was greatly increased the importance of the DPSPs। ਕਿ ਜਦੋਂ ਇਨਕਲੂਜ਼ਨ ਹੋ ਗਿਆ ਆਰਟੀਕਲ 37 ਦਾ, 30B ਅਤੇ 39B ਅਤੇ 39C ਦਾ, ਉਸ ਤੋਂ ਬਾਅਦ ਕੀ ਪ੍ਰੈਸੀਡੈਂਸ ਦਾ ਮਤਲਬ ਹੁੰਦਾ ਹੈਗਾ ਕਿ ਅਧਿਕਾਰਤਾ ਦੇ ਦੇਣਾ ਕਿਸੇ ਚੀਜ਼ ਦੀ, ਆਪਾਂ ਨੂੰ ਹੱਕ ਦੇ ਦੇਣਾ। ਤਾਂ ਇਹਨਾਂ ਨਾਲ ਜ਼ਿਆਦਾ ਰਾਈਟਸ ਹੈ ਜਿਹੜੇ ਓਵਰ ਹੋ ਗਏ ਫੰਡਾਮੈਂਟਲ ਰਾਈਟਸ ਦੇ ਉੱਪਰ, ਜਿਵੇਂ 14, 19, 31 ਨੂੰ ਲੈ ਕੇ। ਤਾਂ ਇਹਦੇ ਨਾਲ ਇਹਨਾਂ ਦੀ ਇੰਪੋਰਟੈਂਸ ਹੈ ਜਿਹੜੀ ਉਹ ਇਨਕਰੀਜ਼ ਹੋ ਗਈ ਹੈ। ਹੁਣ ਹੈਗੇ ਕੀ ਨੇ DPSPs ਕਲਾਸੀਫਿਕੇਸ਼ਨ? ਫਸਟ ਹੈ ਜਿਵੇਂ ਸੋਸ਼ਲਿਸਟਿਕ ਪ੍ਰਿੰਸੀਪਲਸ, ਲਿਬਰਲ ਪ੍ਰਿੰਸੀਪਲਸ, ਗਾਂਧੀਅਨ ਪ੍ਰਿੰਸੀਪਲਸ, ਇੰਟਰਨੈਸ਼ਨਲ ਪ੍ਰਿੰਸੀਪਲਸ। ਅਕੋਰਡਿੰਗ ਟੂ ਆਰਟੀਕਲ 1 by 1 ਆਪਾਂ ਇਹਨਾਂ ਨੂੰ ਰੀਡ ਕਰਦੇ ਹਾਂ ਰਾਜੇ। ਸੋਸ਼ਲਿਸਟ ਪ੍ਰਿੰਸੀਪਲਸ, ਸਮਾਜਵਾਦੀ ਸਿਧਾਂਤ। ਸਭ ਤੋਂ ਪਹਿਲਾਂ ਹੈਗਾ ਸੋਸ਼ਲਿਜ਼ਮ। ਸੋਸ਼ਲਿਜ਼ਮ ਹੈਗਾ ਕਿ ਇਕੋਨਮਿਕ ਬੇਸਿਸ ਦੇ ਉੱਪਰ ਹੈ ਕਿ ਦੇਰ ਆਰ ਦਾ ਡਿਸਟਰੀਬਿਊਸ਼ਨ ਆਫ ਆਲ ਦਾ ਸੋਰਸਿਸ, ਪ੍ਰੋਡਕਸ਼ਨ ਆਫ ਸੋਰਸਿਸ ਬਿਟਵੀਨ ਆਲ ਦਾ ਹੈਂਡਸ, ਮਤਲਬ ਸਾਰੇ ਹੱਥਾਂ ਦੇ ਵਿੱਚ ਆਪਾਂ ਕੀ ਦੇਣਾ, ਪ੍ਰੋਡਕਸ਼ਨ ਦੇ ਸੋਰਸਿਸ ਵੰਡਣੇ ਆ। ਤਾਂ ਉਸ ਦੇ ਬੇਸ ਦੇ ਉੱਪਰ ਕੀ ਹੈਗਾ, ਸਭ ਤੋਂ ਪਹਿਲਾਂ ਆਰਟੀਕਲ 38 ਆਫ ਦਾ ਇੰਡੀਅਨ ਕੌਂਸਟੀਟਿਊਸ਼ਨ, the state shall endeavour to formulate such social system which will secure social, economic and political justice to all in all the spheres of life। ਕਿ ਪਹਿਲਾਂ ਤਾਂ ਕੌਂਸਟੀਟਿਊਸ਼ਨ ਹੈ ਜਿਹੜਾ ਇਸ ਤਰੀਕੇ ਦੇ ਨਾਲ ਬਣਾਇਆ ਕਿ ਇਹੋ ਜਿਹਾ ਸੋਸ਼ਲ ਸਿਸਟਮ ਹੋਵੇ ਜਿਹਦੇ ਵਿੱਚ ਸੋਸ਼ਲ, ਇਕੋਨਮਿਕ ਅਤੇ ਪੋਲੀਟੀਕਲ ਜਸਟਿਸ ਹਰ ਇੱਕ ਪਰਸਨ ਲਈ ਅਵੇਲ ਹੋਵੇ। ਆਰਟੀਕਲ 38(2) which has been inserted into the Indian Constitution under the 44th Constitutional Amendment provides that state will strive for minimizing the inequalities present in the income of the people, their social status, privileges and opportunities, but would also try to minimize the inequalities present in the various fields of national life of the people living in different parts of the country and belonging to different professions। ਕਿ ਸਟੇਟ ਸਭ ਤੋਂ ਪਹਿਲਾਂ ਕੀ ਕਰੂਗਾ, 44th ਅਮੈਂਡਮੈਂਟ ਹੋਈ ਕੌਂਸਟੀਟਿਊਸ਼ਨ ਦੇ ਵਿੱਚ, ਅਤੇ ਇਹਨੂੰ ਐਡ ਕੀਤਾ ਗਿਆ 38(2) ਦੇ ਅੰਡਰ, ਕਿ ਸਟੇਟ ਸਟਰਾਈਵ ਸਭ ਤੋਂ ਪਹਿਲਾਂ ਮਿਨੀਮਾਈਜ਼ ਕਰੂਗਾ ਇਨਇਕੁਐਲਿਟੀਜ਼ ਨੂੰ। ਉਹ ਪੀਪਲ ਦੀ ਇਨਕਮ ਨੂੰ ਲੈ ਕੇ ਹੋ ਸਕਦੀ ਹੈ, ਸੋਸ਼ਲ ਸਟੇਟਸ ਨੂੰ ਲੈ ਕੇ ਹੋ ਸਕਦੀ ਹੈ, ਪ੍ਰਿਵਿਲੇਜਿਸ ਜਿਹੜੀਆਂ ਖਾਸ ਸਹੂਲਤਾਂ ਮਿਲਦੀਆਂ ਨੇ, ਅਪੋਰਚੁਨਿਟੀਜ਼ ਮਿਲਦੀਆਂ ਨੇ ਵੇਰੀਅਸ ਫੀਲਡਸ ਦੇ ਵਿੱਚ, ਮਤਲਬ ਕਿ ਉਹ ਇਨਇਕੁਐਲਿਟੀਜ਼ ਨੂੰ ਘੱਟ ਕਰਨਾ ਸਟੇਟ ਦਾ ਮੇਨ ਕੰਮ ਹੈ। ਆਰਟੀਕਲ 39A
State shall try to formulate its policies in such a manner so as to secure adequate means of livelihood for all its citizens. कि ਜਿਹੜੇ ਕਿ ਲਿਵਲੀਹੁੱਡ ਦੇ ਸੋਰਸਿਸ ਨੇ ਉਹ ਸਾਰੇ ਹੱਥਾਂ ਦੇ ਵਿੱਚ ਹੋਣ, ਇਸ ਟਾਈਪ ਦੀਆਂ ਪਾਲਿਸੀਜ਼ ਬਣਾਏਗਾ ਸਟੇਟ। ਆਰਟੀਕਲ 39B, ownership of material sources would be controlled in such a manner so as to subserve the common good। ਮਤਲਬ ਕਿ ਜਿਹੜੇ ਮਟੀਰੀਅਲ ਸੋਰਸਿਸ ਨੇ ਉਹਨਾਂ ਦੀ ਮਤਲਬ ਇਸ ਤਰੀਕੇ ਦੇ ਨਾਲ ਕੰਟਰੋਲ ਰੱਖਿਆ ਜਾਏਗਾ ਉਹਨਾਂ ਨੂੰ ਇਸ ਮੈਨਰ ਦੇ ਵਿੱਚ ਕਿ ਸਾਰਿਆਂ ਦੇ ਲਈ ਉਹ ਕੋਮਨ ਗੁੱਡ ਹੋਣ। Article 39C, the economy of the state will be administration in such a manner so that wealth may not yet be concentrated in the few hands and the means of production may not be used against the public interest। मतलब कि ਜਿਹੜੇ ਸਟੇਟ ਦੇ ਵਿੱਚ ਵੈਲਥ ਹੈ ਜਿਹੜਾ ਉਸ ਥੋੜ੍ਹੇ ਲੋਕਾਂ ਦੇ ਹੱਥਾਂ ਦੇ ਵਿੱਚ ਹੀ ਨਹੀਂ ਹੋਏਗਾ, ਸਾਰਿਆਂ ਦੇ ਵਿੱਚ ਹੋਏਗਾ ਅਤੇ ਪਬਲਿਕ ਇੰਟਰਸਟ ਦੇ ਫਾਇਦੇ ਦੇ ਲਈ ਹੀ ਮੀਨਸ ਆਫ ਪ੍ਰੋਡਕਸ਼ਨ ਹੈ ਜਿਹੜੇ ਉਹ ਰੱਖੇ ਜਾਣਗੇ। ਇਹ ਨਹੀਂ ਹੈਗਾ ਕਿ ਉਹਨਾਂ ਦੇ ਵਿਰੁੱਧ ਹੋਗੀ, ਉਹਨਾਂ ਦੇ ਫਾਇਦੇ ਦੇ ਲਈ। Article 39D, arrangements will be made to ensure equal pay for equal work for both men and women, कि equal pay मिलेगी मैन है चाहे women है सेम काम दी। Article 39E, the health of workers, laborers, men, women and children will not be permitted to be adversely affected। Beside this, it will also be ensured that the citizen compelled by the economic need do not undertake such works which may not be accordance with their age and capacity। कि चाहे हेल्थ वर्कर्स ने, लेबरर्स ने, मैन है, वीमेन है, चिल्ड्रन है, मतलब वो ਇਸ ਤਰੀਕੇ ਦੇ ਨਾਲ ਕੰਮ ਨਹੀਂ ਕਰਨਗੇ ਕਿ ਉਹ ਐਡਵਰਸਲੀ ਉਸ ਦੇ ਨਾਲ ਇਫੈਕਟ ਹੋਣ। ਅਗਰ ਉਹਨਾਂ ਦਾ ਕੰਮ 'ਚ ਇੰਟਰਸਟ ਆ ਉਹ ਫੇਰ ਹੀ ਕੰਮ ਕੀਤਾ ਕਰਵਾਇਆ ਜਾਵੇ, ਉਹਨਾਂ ਤੋਂ ਧੱਕੇ ਨਾਲ ਐਕਸਪਲੋਇਟ ਨਹੀਂ ਕੀਤਾ ਜਾਵੇ ਅਤੇ ਉਹਨਾਂ ਦੀ ਏਜ ਅਤੇ ਕਪੈਸਿਟੀ ਦੇ ਅਕੋਰਡਿੰਗ ਹੀ ਕੰਮ ਕਰਵਾਇਆ ਜਾਵੇ। Article 39F, which has been inserted by the 42nd Constitutional Amendment, the state will formulate and execute its policies in such manner that the children will get opportunity and facilities in a healthy, free and respectable environment। It will end the exploitation of the children and the youth and will ensure them protect against moral and material degradation। ਕਿ ਜਿਹੜੀ 42nd ਅਮੈਂਡਮੈਂਟ ਹੋਈ ਸੀ 1976 ਦੇ ਵਿੱਚ, ਉਹਦੇ ਵਿੱਚ ਇਹ ਸਪੈਸ਼ਲ ਐਡ ਕੀਤਾ ਗਿਆ ਕਿ ਸਟੇਟ ਇਹੋ ਜਿਹੀਆਂ ਪਾਲਿਸੀਜ਼ ਫਾਰਮੂਲੇਟ ਕਰੇਗਾ, ਐਗਜ਼ੀਕਿਊਟ ਕਰੇਗਾ ਜਿਹੜੇ ਚਿਲਡਰਨ ਹੈ ਉਹਨਾਂ ਨੂੰ ਇੱਕ ਹੈਲਦੀ, ਫਰੀ ਅਤੇ ਰਿਸਪੈਕਟੇਬਲ ਇਨਵਾਇਰਮੈਂਟ ਬਣੀ ਡਿਵੈਲਪ ਹੋਣ ਦੇ ਲਈ, ਹੈ ਨਾ। ਉਹਨਾਂ ਦੀ ਪ੍ਰੋਟੈਕਸ਼ਨ ਹੈ ਜਿਹੜੀ ਉਹ ਪ੍ਰੋਪਰ ਕਰੇਗਾ ਸਟੇਟ, ਯੂਥ ਹੈ ਚਾਹੇ ਚਿਲਡਰਨ। ਅਕੋਰਡਿੰਗ ਟੂ ਆਰਟੀਕਲ 39A, which has been inserted by the 42nd Constitutional Amendment, ਇਹ ਵੀ ਉਹਦੀ ਐਡ ਕੀਤਾ ਗਿਆ। The state will act in such a manner as to ensure legal provisions which will help in getting justice on the basis of equal opportunities। ਕਿ ਅਗਰ ਆਪਾਂ ਨੂੰ ਇਕੁਅਲ ਅਪੋਰਚੁਨਿਟੀਜ਼ ਨਹੀਂ ਮਿਲ ਰਹੀਆਂ ਅਤੇ ਆਪਾਂ ਨੂੰ ਜਸਟਿਸ ਚਾਹੀਦਾ ਹੈ ਤਾਂ ਲੀਗਲ ਪ੍ਰੋਵੀਜ਼ਨਸ ਹੈ ਜਿਹੜੀਆਂ ਉਹ ਸਟੇਟ ਮੇਨਟੇਨ ਕਰੇਗਾ। The state will also make arrangements for the availability of legal free assistance to the economic backward people, ਜਿਹੜੇ ਕਿ ਆਰਥਿਕ ਤੌਰ 'ਤੇ ਵਿਛੜੇ ਹੋਏ ਲੋਕ ਨੇ, ਇਕੋਨੋਮਿਕਲੀ ਬੈਕਵਰਡ ਪੀਪਲਸ ਨੇ, ਉਹਨਾਂ ਦੇ ਲਈ ਲਾਈਕ ਦੈਟ ਅਰੇਂਜਮੈਂਟਸ ਕਰੇਗਾ ਸਟੇਟ ਕਿ ਉਹ ਫਰੀ ਅਵੇਲ ਹੋਏਗਾ ਉਹਨਾਂ ਨੂੰ ਜਸਟਿਸ ਜਾਂ ਜਸਟਿਸ ਨੂੰ ਪਾਉਣ ਦੇ ਲਈ ਅਰੇਂਜਮੈਂਟਸ। Next are Article 41 of the Indian Constitution. The state will work within the limits of its economic availability and progress, provide to the citizen a right to work, the right to education and general assistance in the event of unemployment, old age, disease and other disabilities। कि पहला तो उन्होंने स्टेट ਨੂੰ ਕਿਹਾ ਕਿ ਸਟੇਟ ਆਪਦੀਆਂ ਲਿਮਿਟਸ ਦੇ ਅਕੋਰਡਿੰਗ ਹੀ ਵਰਕ ਕਰੇਗਾ ਜੇ ਉਸਦੀ ਅਵਾਇਬਿਲਿਟੀ ਹੈਗੀ ਹੈ ਅਤੇ ਪ੍ਰੋਗਰੈਸ ਹੈਗੀ ਹੈ। ਉਹ ਆਪਦੇ ਸਿਟੀਜ਼ਨ ਨੂੰ ਰਾਈਟ ਟੂ ਵਰਕ ਦੇਗਾ, ਰਾਈਟ ਟੂ ਐਜੂਕੇਸ਼ਨ ਦੇਗਾ। ਅਨਇੰਪਲਾਇਮੈਂਟ ਹੈ ਤਾਂ ਓਲਡ ਏਜ ਹੈ, ਡਿਜ਼ੀਜ਼ ਹੈ, ਅਦਰ ਈਵੈਂਟਸ ਨੇ, ਉਹਨਾਂ ਨੂੰ ਅਗਰ ਸੈਵਰਲ ਅਸਿਸਟੈਂਸ ਦੇਣੀਆਂ ਨੇ ਤਾਂ ਸਟੇਟ ਆਪਦੀ ਪ੍ਰੋਗਰੈਸ ਅਤੇ ਵੈਬਿਲਿਟੀ ਦੇ ਅਕੋਰਡਿੰਗ ਹੀ ਕੰਮ ਕਰੇਗਾ। Article 42 of the Indian Constitution, the state will make provisions for the creation of just and humane condition for work। It will ensure maternity relief,
कि जिहड़ा स्टेट है वो इहो जिहियां प्रोविजनस करेगा कि जिहड़ा वर्क है वर्क दियां कंडीशनस ने वो जस्ट होण ते ह्यूमन इंसानियत वालियां होण ते मैटरनिटी लीव मैटरनिटी मतलब हुंदा है कि जदों लेडी दे बच्चा हुंदा प्रैगनेंसी हुंदी है बच्चा हुंदा उस तो बाद जिहड़ी लीव है और लीव जरूर दिता जाएगा। Article 43 of the Indian Constitution, the state will ensure adequate wages, good life and rest for the laborers। मतलब कि उन्होंने काम करन दा पूरा मुੱਲ मिलेगा, उन्होंने रेस्ट मिलेगा काम दे लई, है ना, गुड लाइफ दे लई। The state will also endeavour to make available to the laborers various social cultural facilities कि state है ਜਿਹੜੀਆਂ facilities भी देगा laborers ਨੂੰ। Article 43A, which is inserted by 42nd Amendment, the state will endeavour either by appropriate legislation or by certain other methods that the workers and labourers participate in the management of business connected and industries of other institutions कि ਇਹੋ ਜਿਹੇ ਮੈਥਡਸ ਦੇਗਾ ਕਿ ਤਾਂ ਕਿ ਵਰਕਰਸ ਨੇ ਜਿਹੜੇ ਜਾਂ ਲੇਬਰਰਸ ਨੇ ਉਹ ਪਾਰਟੀਸਪੇਟ ਕਰ ਸਕਣ ਬਿਜ਼ਨਸ ਨੂੰ ਮੈਨੇਜ ਕਰਨ ਦੇ ਵਿੱਚ ਇੰਡਸਟਰੀ ਨੂੰ ਮੈਨੇਜ ਕਰਨ ਦੇ ਵਿੱਚ। ਇਸ ਤੋਂ ਬਾਅਦ ਹੈ ਲਿਬਰਲ ਪ੍ਰਿੰਸੀਪਲਸ। ਲਿਬਰਟੀ ਤੋਂ ਮਿਲਿਆ ਅਤੇ ਇਹਦੇ ਵਿੱਚ ਆਪਾਂ ਸਾਰਾ ਕੁਝ ਜਿੰਨਾ ਦੇਖਾਂਗੇ ਉਹ ਲਿਬਰਟੀ ਦੇ ਅਕੋਰਡਿੰਗ ਜਿਵੇਂ ਉੱਪਰ ਆਪਾਂ ਸਾਰਾ ਇਕੋਨੋਮਿਕ ਸਟੇਟਸ ਨੂੰ ਲੈ ਕੇ ਜ਼ਿਆਦਾ ਦੇਖਿਆ ਨਾ ਮੀਨਸ ਆਫ ਪ੍ਰੋਡਕਸ਼ਨ ਕਿੱਦਾਂ ਵੇਜਸ ਐਂਡ ਆਲ ਇਹਦੇ ਵਿੱਚ ਆਪਾਂ ਸਾਰਾ ਕੁਝ ਤਕਰੀਬਨ ਲਿਬਰਟੀ ਦੇ ਅਕੋਰਡਿੰਗ ਦੇਖਾਂਗੇ। Article 44 of the Indian Constitution, the state will endeavour to formulate and implement a uniform civil code for all people living throughout the territory of India ਕਿ ਭਾਰਤ ਦੀ ਜਿੰਨੀ ਵੀ ਟੈਰੀਟਰੀ ਹੈ ਇੰਡੀਆ ਦੀ ਉਹਦੇ ਵਿੱਚ ਜਿੰਨੇ ਵੀ ਪੀਪਲ ਰਹਿ ਰਹੇ ਨੇ ਉਹਨਾਂ ਦੇ ਲਈ ਇੱਕੋ ਹੀ ਕੋਡ ਹੋਏਗਾ ਦੈਟ ਇਜ਼ UCC ਯੂਨੀਵਰਸਲ ਸਿਵਲ ਕੋਡ। Article 45 of Indian Constitution, the state shall endeavour to provide early childhood care and education for all children until they complete the age of 6 years कि 6 ਸਾਲ ਤੱਕ ਬੱਚੇ ਨੂੰ ਫ੍ਰੀ ਐਜੂਕੇਸ਼ਨ ਚਾਈਲਡ ਕੇਅਰ ਲੀਵ ਹੈ ਜਿਹੜੀ ਚਾਈਲਡਹੁੱਡ ਕੇਅਰ ਹੈ ਬੱਚੇ ਨੂੰ ਜ਼ਰੂਰ ਪ੍ਰੋਵਾਈਡ ਕੀਤੀ ਜਾਵੇ ਸਟੇਟ ਦੁਆਰਾ। Article 47 of Indian Constitution, the state will strive to raise the level of nutrition and the standard of living, thus it will endeavour to improve upon the health of the people मतलब peoples ਦੀ ਹੈਲਥ ਨੂੰ ਵਧਾਉਣ ਦੇ ਲਈ ਜਿਹੜੀ ਨਿਊਟਰੀਐਂਟ ਵਾਲਾ ਫੂਡ ਹੈਗਾ ਉਹ ਬੱਚਿਆਂ ਨੂੰ ਮਿਲੇ। Article 48 of the Indian Constitution, the state will strive to organize agriculture and animal husbandry on modern and scientific lines कि एनिमल ਹਸਬੈਂਡਰੀ ਦਾ ਮਤਲਬ ਹੈ ਕਿ ਅੱਛੀ ਆਪਾਂ ਨੂੰ ਮਿਲਕ ਪ੍ਰੋਡਕਸ਼ਨਸ ਮਿਲ ਕੇ ਹੈ ਨਾ ਅੱਛੀ ਐਗਰੀਕਲਚਰ ਨੂੰ ਮਤਲਬ ਇੰਪਰੂਵ ਕਰਨ ਦੇ ਲਈ ਮਾਡਰਨ ਅਤੇ ਸਾਇੰਟੀਫਿਕ ਮੈਥਡਸ ਹੈ ਜਿਹੜਾ ਉਹ ਲੈ ਕੇ ਆਵੇਗਾ। ਆਰਟੀਕਲ 48A of the Constitution, which is inserted by the 42nd Amendment, the state shall try to protect the natural environment and try to improve upon it. It will also try to protect the forests and wildlife ਕਿ ਪ੍ਰੋਟੈਕਟ ਕਰੇਗਾ ਜਿਹੜਾ ਆਪਣਾ ਇਨਵਾਇਰਮੈਂਟ ਹੈ ਜੇ ਮਤਲਬ ਸਟੇਟ ਦੇ ਵਿੱਚ ਕੋਈ ਇਹੋ ਜਿਹਾ ਕੰਮ ਹੋ ਰਿਹਾ ਜਿਵੇਂ ਲਾਈਕ ਹੁਣ ਦਾ ਆਪਾਂ ਰੀਸੈਂਟ ਲਈਏ ਹੈ ਨਾ ਕਿ ਜਿਹੜੀ ਆਪਾਂ ਪੈੜੀ ਤੋਂ ਜਿਹੜਾ ਵੀ ਬਚਿਆ ਹੁੰਦਾ ਆਪਾਂ ਉਸ ਨੂੰ ਅੱਗ ਲਾਉਣੀ ਹੈਗੀ ਆ ਪਰਾਲੀ ਨੂੰ ਤਾਂ ਉਹ ਸਟੇਟ ਦਾ ਬਣਦਾ ਹੈ ਰਾਜੀ ਉਹ ਰਾਈਟ ਕਿ ਉਹ ਨੈਚੁਰਲ ਇਨਵਾਇਰਮੈਂਟ ਨੂੰ ਪ੍ਰੋਟੈਕਟ ਕਰੇ ਫੋਰੈਸਟ ਅਤੇ ਵਾਈਲਡ ਲਾਈਫ ਨੂੰ ਪ੍ਰੋਟੈਕਟ ਕਰੇ। ਆਰਟੀਕਲ 49 ਆਫ ਇੰਡੀਅਨ ਕੌਨਸਟੀਟਿਊਸ਼ਨ, the state shall try that the monuments of historic and cultural interest are not mutilated, destroyed or distinguished by the protected and preserved ਕਿ ਜਿਹੜੇ ਵੀ ਇਤਿਹਾਸਿਕ ਹਿਸਟੋਰੀਕਲ ਮਤਲਬ ਕਿ ਬਿਲਡਿੰਗਸ ਹੈਗੀਆਂ ਨੇ ਹਿਸਟੋਰੀਕਲ ਮੋਨੂਮੈਂਟਸ ਹੈਗੇ ਸਟੇਟ ਉਹਨਾਂ ਨੂੰ ਪ੍ਰੋਟੈਕਟ ਕਰੇਗਾ। Article 50, the Indian Constitution, state will try to separate the judiciary from the executive in case of public services। जो public services की जरूरत है judiciary ते execution अलग अलग काम करनगे इकट्ठे नहीं करनगे। इस तो बाद रहे गांधीयन प्रिंसिपल्स अकॉर्डिंग टू गांधीयन फिलोसफी की रहा। Article 40 of the Indian Constitution, the state will strive to organize panchayats in village and will endow with them such power which enable them to act as units of self government ਕਿ ਪੰਚਾਇਤ ਔਰਗੇਨਾਈਜ਼ ਕੀਤੀਆਂ ਜਾਣਗੀਆਂ ਸਟੇਟਸ ਦੇ ਵਿੱਚ ਵਿਲੇਜਸ ਦੇ ਵਿੱਚ ਅਤੇ ਉਹਨਾਂ ਨੂੰ ਰਾਈਟ ਵੀ ਦਿੱਤਾ ਜਾਏਗਾ ਕਿ ਉਹ ਕੰਮ ਕਰਨ ਉੱਥੇ ਸੈਲਫ ਗਵਰਨਮੈਂਟ ਹੋ ਸਕੇ।
Article 43 of the Indian Constitution, the state will strive to develop the cottage industry in the rural areas both of individual or cooperative basis। कि cottage industries ਕੱਪੜੇ ਨੂੰ ਲੈ ਕੇ ਜ਼ਿਆਦਾ ਮਿੱਲਾਂ ਲਾਈਆਂ ਜਾਣਗੀਆਂ ਰੂਰਲ ਏਰੀਆਜ਼ ਦੇ ਵਿੱਚ, ਚਾਹੇ ਉਹ ਇੰਡੀਵਿਜੂਅਲ ਹੋਵੇ ਚਾਹੇ ਉਹ ਕੋਆਪਰੇਟਿਵ ਮਿਲ ਕੇ ਹੋਵੇ ਗਵਰਨਮੈਂਟ ਤੇ ਲੋਕਾਂ ਦੀ। Article 46, the state will endeavour to advance or augment the interest of the members of the backward classes in general and those are the skilled castes and scheduled tribes in particular. It will protect them all the sorts of exploitation and social injustice। कि backward classes ਦੇ ਲਈ ਵੀ ਉਹਨਾਂ ਦੇ ਇੰਟਰਸਟ ਦੇ ਲਈ ਵੀ ਕੰਮ ਕਰੇਗਾ, ਉਸ ਤੋਂ ਇਲਾਵਾ ਸਕੈਡਿਊਲ ਕਾਸਟਸ ਨੇ ਸਕੈਡਿਊਲ ਟਰਾਈਬਸ ਨੇ ਉਹਨਾਂ ਨੂੰ ਵੀ ਪ੍ਰੋਟੈਕਟ ਕਰੇਗਾ ਐਕਸਪਲੋਇਟੇਸ਼ਨ ਤੇ ਸੋਸ਼ਲ ਇੰਜਸਟਿਸ ਤੋਂ। ਆਰਟੀਕਲ 47 ਆਫ ਇੰਡੀਅਨ ਕਨਸਟੀਟਿਊਸ਼ਨ, the state will strive to ban the consumption of wine, other intoxicating drinks and such commodities which are considered injurious to health। The state will see that such intoxicants are used only for medical purposes। कि जिन्ने भी ड्रग्स ने ਜਿਹੜੇ ਕਿ ਆਪਣੀ ਹੈਲਥ ਦੇ ਲਈ ਅੱਛੇ ਨਹੀਂ ਹੈਗੇ ਉਹਨਾਂ ਨੂੰ ਕੰਟਰੋਲ ਕਰੇਗਾ, ਬਸ ਦੇਖੇਗਾ ਕਿ ਸਿਰਫ ਮੈਡੀਕਲ ਪਰਪਸ ਤੋਂ ਹੀ ਯੂਜ਼ ਹੋਣ। ਆਰਟੀਕਲ 48, the state will ban the shearing of cows, calves and other milk cattle। ਕਿ ਜਿਹੜੇ ਬੈਨ ਕਰੇਗਾ ਇਹਨਾਂ ਦੇ ਉੱਪਰ ਕਾਵਸ ਕਾਲਬ ਤੇ ਮਿਲਕ, ਮਤਲਬ ਇਹਨਾਂ ਨੂੰ ਮਾਰਨਾ ਨਹੀਂ ਹੈ ਜਾਂ ਉਸ ਤਰੀਕੇ ਦੇ ਨਾਲ। ਤਾਂ ਇਹ ਸੀ ਗਾਂਧੀਅਨ ਪ੍ਰਿੰਸੀਪਲਸ। ਇੰਟਰਨੈਸ਼ਨਲ ਪ੍ਰਿੰਸੀਪਲਸ ਕਿ ਇੰਟਰਨੈਸ਼ਨਲ ਲੈਵਲ ਦੇ ਉੱਪਰ ਪੀਸ ਨੂੰ ਲੈ ਕੇ ਫਾਰਨ ਪਾਲਿਸੀ ਨੂੰ ਲੈ ਕੇ ਕੀ ਕਰੇਗਾ। ਆਰਟੀਕਲ 51A ਆਫ ਦ ਇੰਡੀਅਨ ਕਨਸਟੀਟਿਊਸ਼ਨ, ਦ ਸਟੇਟ ਵਿਲ ਇੰਡੇਵਰ ਟੂ ਪ੍ਰਮੋਟ ਇੰਟਰਨਲ ਪੀਸ ਐਂਡ ਸਿਕਿਉਰਿਟੀ, ਅੰਤਰਰਾਸ਼ਟਰੀ ਸ਼ਾਂਤੀ ਤੇ ਸਿਕਿਉਰਿਟੀ ਦੇ ਲਈ ਕੰਮ ਕਰੇਗਾ। Article 51B, the Indian Constitution, the state will strive to maintain just and honourable relation among various states in the world। कि states ਦੇ ਸਾਰੇ words ਦੇ ਵਿੱਚ अच्छे रिलेशनस है, ऑनरेबल रिलेशनस है ਜਿਹੜੇ ਬਣਾ ਕੇ ਰੱਖੇਗਾ। आर्टिकल 51C, the constitution states shall endeavour to promote respect for international treaties, agreements and laws। ਕਿ ਜਿੰਨੀਆਂ ਵੀ ਅੰਤਰਰਾਸ਼ਟਰੀ ਸੰਧੀਆਂ ਹੋਣਗੀਆਂ, ਸਮਝੌਤੇ ਹੋਣਗੇ, ਕਾਨੂੰਨ ਹੋਣਗੇ, ਉਹਨਾਂ ਦੇ ਲਈ ਰਿਸਪੈਕਟ ਰੱਖੇਗਾ। ਆਰਟੀਕਲ 51 of the Indian Constitution, 51F, the state will strive to settle international disputes by arbitration। ਕੋਸ਼ਿਸ਼ ਕਰੇਗਾ ਕਿ ਸੈਟਲ ਹੋ ਜੇ ਕੋਈ ਵੀ ਇੰਟਰਨੈਸ਼ਨਲ ਕੌਨਫਲਿਕਟ ਹੈਗਾ ਸਮਝੌਤੇ ਦੇ ਨਾਲ। ਇਹ ਰਾਜੇ DPSPs ਹੈਗੇ ਨੇ ਜਿਹੜੀ ਕਿ ਇੰਪੋਰਟੈਂਟ ਟੌਪਿਕ ਹੈਗਾ ਇੱਕ, ਜਸਟ ਸਟੇਟ ਦੇ ਲਈ ਡਾਇਰੈਕਸ਼ਨਸ ਨੇ ਕਿ ਹਾਊ ਸਟੇਟ ਡੂ ਗਵਰਨਸ, ਕਿਵੇਂ ਗਵਰਨ ਹੋਣਾ ਚਾਹੀਦਾ ਇੱਕ ਸਟੇਟ ਜਾਂ ਗਵਰਨਮੈਂਟ ਨੂੰ ਕਿਵੇਂ ਗਵਰਨੈਂਸ ਕਰਨੀ ਚਾਹੀਦੀ ਹੈ। ਤਾਂ ਇਟਸ ਆਲ ਅਬਾਊਟ ਦੈਟ। ਥੈਂਕ ਯੂ ਸੋ ਮੱਚ। ਅਗਰ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਕਰ ਲੈਣਾ, ਅੱਗੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ। ਥੈਂਕ ਯੂ ਸੋ ਮੱਚ।